ਪੰਜਾਬੀ ਏਕਤਾ ਨਾਲ ਲਿਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਕੈਬਨਿਟ ਦੀ ਬੈਠਕ ਸੱਦੀ ਗਈ ਹੈ। ਇਹ ਬੈਠਕ ਅੱਜ ਬਾਅਦ ਦੁਪਹਿਰ 3 ਵਜੇ ਕਮੇਟੀ ਕਮਰਾ ਦੂਜੀ ਮੰਜ਼ਿਲ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦਾ ਏਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸੀਐਮ ਮਾਨ ਵੱਲੋਂ ਕੱਲ ਸੱਦੀ ਕੈਬਨਿਟ ਦੀ ਬੈਠਕ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਹਨ। ਭਗਵੰਤ ਮਾਨ ਕੈਬਨਿਟ ਦਾ ਵਿਸਤਾਰ ਕਰ ਦਿੱਤਾ ਗਿਆ ਹੈ। ਵਿਧਾਇਕ ਅਮਨ ਅਰੋੜਾ, ਇੰਦਰਵੀਰ ਸਿੰਘ ਨਿੱਜਰ, ਫੌਜਾ ਸਿੰਘ ਸਰਾਰੀ, ਚੇਤਨ ਸਿੰਘ ਜੋੜ ਮਾਜਰਾ ਅਤੇ ਅਨਮੋਲ ਗਗਨਮਾਨ ਨੂੰ ਕੈਬਨਿਟ ਮੰਤਰੀ ਵਜੋਂ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਵਾਈ ਗਈ ਹੈ। ਸਭ ਤੋਂ ਪਹਿਲਾਂ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ। ਉਸ ਤੋਂ ਬਾਅਦ ਅੰਮ੍ਰਿਤਸਰ ਸਾਊਥ ਤੋਂ ਵਿਧਾਇਕ ਡਾਕਟਰ ਇੰਦਰਵੀਰ ਨਿੱਜਰ, ਤੀਜੇ ਨੰਬਰ ਤੇ ਗੁਰੂ ਹਰਸਰਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ, ਚੌਥੇ ਸਥਾਨ ਤੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਅਤੇ ਪੰਜਵੇਂ ਸਥਾਨ ਤੇ ਖਰੜ ਤੋਂ ਵਿਧਾਇਕ ਅਨਮੋਲ ਗਗਨਮਾਨ ਨੂੰ ਰਾਜਪਾਲ ਵੱਲੋਂ ਕੈਬਨਿਟ ਮੰਤਰੀ ਵਜੋਂ ਅਹੁਦੇ ਦਾ ਭੇਦ ਗੁਪਤ ਰੱਖਣ ਲਈ ਸਹੁੰ ਚੁਕਾਈ ਗਈ ਹੈ। ਭਗਵੰਤ ਮਾਨ ਦੀ ਕੈਬਨਿਟ ਵਿੱਚ ਹੁਣ 5 ਨਵੇਂ ਹੋਰ ਮੰਤਰੀ ਸ਼ਾਮਿਲ ਹੋ ਗਏ ਹਨ। ਡਰੱਗ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ। ਮਜੀਠੀਆ ਦੇ ਕੇਸ ਨੂੰ ਲੈ ਕੇ ਅਦਾਲਤ ਵੱਲੋਂ ਬਹਿਸ ਪੂਰੀ ਕਰ ਲਈ ਗਈ ਸੀ ਅਤੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ। ਜਸਟਿਸ ਮਸੀਹ ਨੇ ਫੈਸਲਾ ਸੁਣਾਉਣ ਦੀ ਬਜਾਏ ਸੁਣਵਾਈ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਕੇਸ ਦੂਜੀ ਅਦਾਲਤ ਵਿੱਚ ਰੈਫਰ ਕੀਤੇ ਜਾਣ ਦੀ ਗੱਲ ਕਹੀ। ਜਸਟਿਸ ਮਸੀਹ ਦੀ ਬੈਂਚ ਨੇ ਖੁਦ ਨੂੰ ਇਸ ਮਾਮਲੇ ਤੋਂ ਵੱਖ ਕਰ ਲਿਆ ਹੈ। ਹੁਣ ਇਹ ਕੇਸ ਹਾਈ ਕੋਰਟ ਦੇ ਮੁੱਖ ਜੱਜ ਕੋਲ ਜਾਵੇਗਾ। ਇਸ ਤੋਂ ਬਾਅਦ ਮੁੱਖ ਜੱਜ ਇਸ ਮਾਮਲੇ ਨੂੰ ਕਿਸੇ ਦੂਜੇ ਬੈਚ ਨੂੰ ਦੇਣਗੇ। ਦੱਸਣਯੋਗ ਹੈ ਕਿ ਡਰੱਗ ਮਾਮਲੇ ਵਿੱਚ ਦੋਸ਼ੀ ਬਿਕਰਮ ਮਜੀਠੀਆ ਨੇ ਜ਼ਮਾਨਤ ਪਟੀਸ਼ਨ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੋਈ ਹੈ। ਭ੍ਰਿਸ਼ਟਾਚਾਰ ਮਾਮਲੇ ਵਿੱਚ ਕੈਬਨਿਟ ਤੋਂ ਆਪਣੀ ਸੀਟ ਗਵਾ ਚੁੱਕੇ ਸਾਬਕਾ ਮੰਤਰੀ ਵਿਜੇ ਸਿੰਗਲਾ ਨੂੰ ਕੋਰਟ ਵੱਲੋਂ ਕੋਈ ਰਾਹਤ ਨਹੀਂ ਮਿਲੀ। ਕੋਰਟ ਨੇ ਉਹਨਾਂ ਵੱਲੋਂ ਪਾਈ ਗਈ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਟਾਲ ਦਿੱਤੀ। ਮਾਮਲੇ ਦੀ ਅਗਲੀ ਸੁਣਵਾਈ 6 ਜੁਲਾਈ ਨੂੰ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਕੋਰਟ ਨੇ ਵਿਜੇ ਸਿੰਗਲਾ ਵੱਲੋਂ ਪਾਈ ਗਈ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਦੱਸਦੇ ਕਿ ਡਾਕਟਰ ਵਿਜੇ ਸਿੰਗਲਾ ਜੇਲ੍ਹ ਵਿੱਚ 1 ਮਹੀਨੇ ਤੋਂ ਵੱਧ ਸਮੇਂ ਤੋਂ ਬੰਦ ਹਨ। ਹਾਲਾਂਕਿ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਉਹਨਾਂ ਨੇ ਹਾਈ ਕੋਰਟ ਵਿੱਚ ਸਟੇਟਸ ਰਿਪੋਰਟ ਦਾਇਰ ਕਰ ਦਿੱਤੀ ਹੈ, ਜਿਸ ਤੇ ਹਾਈ ਕੋਰਟ ਨੇ ਕਿਹਾ ਕਿ ਉਹ ਸਰਕਾਰ ਦਾ ਪੱਖ ਦੇਖ ਕੇ ਫੈਸਲਾ ਦੇਣਗੇ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 6 ਜੁਲਾਈ ਨੂੰ ਨੇ ਇੰਨਾ ਮਾਣ ਦਿੱਤਾ, ਹੁਣ ਪਾਰਟੀ ਨੇ ਇੰਨਾ ਮਾਣ ਦਿੱਤਾ ਤੇ ਐਜ਼ ਅ ਯੂਥ ਫੇਸ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਸਾਰੇ ਨੌਜਵਾਨਾਂ ਲਈ, ਚਾਹੇ ਸਪੈਸ਼ਲੀ ਫੀਮੇਲਸ, ਕਿਉਂਕਿ ਰਾਜਨੀਤੀ 'ਚ ਔਰਤਾਂ ਨੂੰ ਜਿਹੜੀ ਮਹੱਤਤਾ ਬਹੁਤ ਘੱਟ ਅੱਜ ਤੱਕ ਪਾਰਟੀਆਂ ਨੇ ਇੰਨੀ ਦਿੱਤੀ ਨਹੀਂ ਹੈ। ਸੋ ਬੜੀ ਮਾਣ ਵਾਲੀ ਗੱਲ ਹੈ ਤੇ ਅਸਲੀ ਮਾਣ ਇਹ ਮੈਂ ਉਦੋਂ ਸਮਝੂੰਗੀ ਜਦੋਂ ਮੈਂ ਕੰਮ ਕਰਕੇ ਦਿਖਾਇਆ, ਜਦੋਂ ਮੈਂ ਦਿਨ ਰਾਤ ਮਿਹਨਤ ਕਰਕੇ ਉਹਦਾ ਆਊਟਪੁੱਟ ਦਿੰਦੀ ਹਾਂ ਤੇ ਲੋਕਾਂ ਦੇ ਚਿਹਰੇ ਤੇ ਖੁਸ਼ੀ ਹੋ। ਕੈਬਨਿਟ ਦੇ ਵਿੱਚ ਯੂਥ ਤੇ ਐਕਸਪੀਰੀਅੰਸ ਦੋਨਾਂ ਦਾ ਮਿਕਸਚਰ ਹੈ ਇਸ ਵਾਰ। ਡੈਫੀਨੇਟਲੀ ਜੀ, ਦੇਖੋ ਤੁਹਾਡੇ 'ਚ ਕੰਮ ਕਰਨ ਦੀ ਇੱਛਾ ਸ਼ਕਤੀ ਹੈ ਨਾ, ਤੁਹਾਡੇ 'ਚ ਅੰਦਰ ਹੈ ਮੈਂ ਕੰਮ ਕਰਨਾ, ਤੇ ਬੰਦਾ ਹੌਲੀ ਹੌਲੀ ਤਜਰਬਾ ਆਈ ਜਾਂਦਾ। ਪਹਿਲਾਂ ਸਾਰੇ ਤਜਰਬੇ ਵਾਲੇ ਸੀ ਆਪਣੇ 70 ਸਾਲ 75 ਸਾਲ ਸੈਕਟਰ ਦੇ ਵਿੱਚ ਜੀ। ਅਨਮੋਲ ਜੀ, ਤੁਸੀਂ ਕਲਚਰ ਦੇ ਨਾਲ ਜੁੜੇ ਹੋ ਕਿ ਕਲਚਰ ਮਹਿਕਮਾ ਕੋਈ ਇਸ਼ਾਰਾ ਹੋਇਆ ਕਿ ਕੋਈ ਸੁਧਾਰ ਦੀ ਬੜੀ ਜ਼ਰੂਰਤ ਹੈ? ਗਨ ਕਲਚਰ ਗਾਣੇ ਨਹੀਂ ਜੀ, ਇਦਾਂ ਦਾ ਕੁਝ ਨਹੀਂ ਹੈ ਹਾਲੇ ਤੱਕ। ਮੈਨੂੰ ਇਹਦੇ ਬਾਰੇ ਕੋਈ ਹਾਲੇ ਫਾਈਨਲ ਨਹੀਂ ਹੋਏ। ਜਦੋਂ ਫਾਈਨਲ ਹੁੰਦੇ ਉਦੋਂ ਹੀ ਮੈਂ ਸਪੋਰਟਸ ਮਹਿਕਮਾ ਜਾਂ ਕੁਝ ਇਸ ਤਰੀਕੇ ਨਾਲ। ਹਾਂਜੀ, ਆਈ ਆਲਰੇਡੀ ਟੋਲਡ ਇੱਕ ਗਰੰਟੀ ਮਹਿਲਾਵਾਂ ਨੂੰ ਦਿੱਤੀ ਸੀ, ਪਹਿਲਾਂ ਕਿਹੜੇ ਕੰਮ ਕਰਨੇ ਚਾਹੀਦੇ? 1000 ਰੁਪਏ ਦੀ ਗਰੰਟੀ ਦਿੱਤੀ ਸੀ, ਉਹ ਤੱਕ ਪੂਰੀ ਹੋ ਜਾਏਗੀ ਤੇ ਨਾਲੇ ਹੋਰ ਕਿਹੜੇ ਪ੍ਰਾਥਮਿਕਤਾ ਰਹਿਣਗੇ ਤੁਹਾਡੇ? ਜਲਦੀ ਹੋ ਜਾਣੀ ਹੈ। ਦੇਖੋ ਹਾਲੇ ਮੇਰੇ ਹਲਕੇ ਪ੍ਰਤੀ ਪ੍ਰਾਥਮਿਕਤਾ ਸੀ, ਕੰਮ ਹੋ ਰਹੇ ਸੀ। ਜਿਵੇਂ ਵੀ ਪਾਰਟੀ ਜ਼ਿੰਮੇਵਾਰੀ ਦਿੰਦੀ ਹੈ ਉਸ ਅਕੋਰਡਿੰਗ ਸਾਰੇ ਕੰਮ ਕਰਾਂਗੇ। ਅਨਮੋਲ ਜੀ, ਵਿਮਨ ਵੈਲਫੇਅਰ ਵਾਸਤੇ ਵੀ ਕੰਮ ਕੀਤਾ ਜਾਏ ਕਿਉਂਕਿ ਮਹਿਲਾਵਾਂ ਦੀ ਕੰਡੀਸ਼ਨ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਬਹੁਤ ਖਰਾਬ ਹੈਗੀ ਹੈ। ਡੈਫੀਨੇਟਲੀ ਜੀ, ਐਜ਼ ਅ ਵੂਮਨ ਮੇਰੀ ਇਹ ਫਸਟ ਰਿਸਪੌਂਸਿਬਿਲਿਟੀ ਹੈ ਕਿ ਭੈਣਾਂ ਦੇ ਲਈ ਆਵਾਜ਼ ਹਮੇਸ਼ਾ ਬਣਾ, ਉਹਨਾਂ ਦੀ ਮਦਦ ਲਈ ਅੱਗੇ ਆ ਕੇ ਕੰਮ ਕਰਾਂ ਤੇ ਉਹਨਾਂ ਲਈ ਅੱਛੀ ਇੱਕ ਇਨਸਪੀਰੇਸ਼ਨ ਬਣਾ ਕੰਮ ਕਰਕੇ। ਕਿਉਂਕਿ ਇਹ ਇੱਕ ਜਿਹੜੀ ਲੋਕਾਂ ਨੇ ਜ਼ਿੰਮੇਵਾਰੀ ਤੇ ਬਿਠਾਤਾ, ਪਾਰਟੀ ਨੇ ਬੜਾ ਮਾਣ ਦਿੱਤਾ। ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ, ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਇਸ ਲਾਇਕ ਸਮਝਿਆ, ਬਹੁਤ ਧੰਨਵਾਦ। ਤੇ ਹੁਣ ਅੱਗੇ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਕੰਮ ਕਰਕੇ ਦਿਖਾਵਾਂ। ਕੰਮ ਤੋਂ ਬਾਅਦ ਹੀ ਅਸਲੀ ਜਿਹੜੀ ਲੋਕਾਂ 'ਚ ਖੁਸ਼ੀ ਹੋਣੀ ਹੈ। ਤੁਹਾਨੂੰ ਕੀ ਲੱਗਦਾ ਐਜ਼ ਮਿਨਿਸਟਰ ਕੀ ਕੰਮ ਸਭ ਤੋਂ ਪਹਿਲਾਂ ਕਰਨਾ? ਹਾਂਜੀ, ਜਿਹੜੀ ਜ਼ਿੰਮੇਵਾਰੀ ਮਿਲਣੀ ਜੀ ਉਹਦੇ ਅਕੋਰਡਿੰਗ ਹੀ ਸੋਚਿਆ ਜਾਵੇ। ਵਿਸਤਾਰ ਹੋਇਆ, 5 ਨਵੇਂ ਮੰਤਰੀ ਉਹਨਾਂ ਨੇ ਸਹੁੰ ਚੁੱਕੀ। ਮਾਨਯੋਗ ਗਵਰਨਰ ਸਾਹਿਬ ਨੇ ਉਹਨਾਂ ਨੂੰ ਸਹੁੰ ਚੁਕਾਈ। ਪੰਜਾਬ ਦੇ ਲੋਕਾਂ ਨੇ ਜੋ ਉਮੀਦਾਂ ਸਾਡੇ ਤੋਂ ਕੀਤੀਆਂ ਨੇ, ਅਸੀਂ ਉਹਨਾਂ ਤੇ ਪੂਰੇ ਉਤਰਾਂਗੇ। ਮੈਨੂੰ ਉਮੀਦ ਹੈ ਮੇਰੇ ਸਾਰੇ ਮੰਤਰੀ ਜਿਹੜੇ ਨੇ ਉਹ ਇਮਾਨਦਾਰੀ ਨਾਲ ਤੇ ਪਾਰਦਰਸ਼ਤਾ ਨਾਲ ਕੰਮ ਕਰਨਗੇ। ਜਿਹੜੇ ਵੀ ਮਹਿਕਮੇ ਉਹਨਾਂ ਨੂੰ ਮਿਲਣਗੇ, ਉਹਨਾਂ ਘਰਾਂ ਦੇ ਵਿੱਚ ਚੁੱਲ੍ਹੇ ਦੀ ਅੱਗ ਬਲਦੀ ਹੈ, ਮੈਨੂੰ ਉਮੀਦ ਹੈ ਕਿ ਅਸੀਂ ਉਹ ਕਰਾਂਗੇ। ਮੈਨੂੰ ਮੇਰੀ ਕੈਬਨਿਟ ਤੇ ਮਾਣ ਹੈ, ਚਾਹੇ ਉਹ ਅਮਨ ਅਰੋੜਾ ਜੀ ਨੇ, ਚਾਹੇ ਫੌਜਾ ਸਿੰਘ ਜੀ ਨੇ, ਚਾਹੇ ਚੇਤਨ ਜੋੜ ਮਾਜਰਾ ਨੇ, ਚਾਹੇ ਡਾਕਟਰ ਨਿੱਜਰ ਨੇ, ਚਾਹੇ ਅਨਮੋਲ ਗਗਨਮਾਨ ਨੇ। ਮੈਂ ਇਹੀ ਉਮੀਦ ਕਰਦਾ
ਕਿ ਉਹ ਜੋ ਜ਼ਿੰਮੇਵਾਰੀ ਉਹਨਾਂ ਨੂੰ ਮਿਲੂਗੀ ਉਹਨੂੰ ਨਿਭਾਉਣਗੇ। ਤੇ ਮੇਰੇ ਤੇ ਕਾਫੀ ਬੋਝ ਹੈ ਕਿਉਂਕਿ ਮੇਰੇ ਕੋਲ ਬਹੁਤ ਜ਼ਿਆਦਾ ਮਹਿਕਮੇ ਨੇ। ਸੋ ਮੈਂ ਇਹ ਨਹੀਂ ਕਰਦਾ ਕੋਈ ਮਲਾਈਦਾਰ ਜਾਂ ਫਲਾਈਦਾਰ, ਉਹ ਤਾਂ ਪਹਿਲਾਂ ਹੁੰਦੇ ਸੀ ਇਹਨਾਂ ਦੇ। ਚੰਗੇ ਚੰਗੇ ਮਹਿਕਮੇ ਇਹਨਾਂ ਨੂੰ ਦੇਵਾਂਗੇ। ਸਰ ਪੋਰਟਫੋਲੀਓ ਕਦ ਤੱਕ ਮਿਲ ਜਾਣੀ? ਕੱਲ ਜਾਂ ਪਰਸੋਂ ਤੱਕ ਅਸੀਂ ਕਲੀਅਰ। ਸਰ ਨਵੇਂ ਡੀਜੀਪੀ ਲਗਾਏ ਗਏ ਨੇ, ਉਹਨਾਂ ਬਾਰੇ ਦੱਸ ਦਿਓ ਸਰ। ਪ੍ਰਸ਼ਾਸਨ ਚੇਂਜ ਹੁੰਦਾ ਰਹਿੰਦਾ, ਉਹਦੇ ਬਾਰੇ ਮੈਂ ਕੀ ਮਾਨ ਸਾਹਿਬ ਜਿਹੜੇ ਦੂਜੀ ਵਾਰ ਵਿਧਾਇਕ ਬਣੇ ਸੀਗੇ ਦੇਖੋ ਪਤਾ ਕੀ ਹੈ, ਦੇਖੋ ਸਾਡੇ ਕੋਲੇ 92 ਨੇ ਜੀ, 92 ਦੇ 92 ਹੀਰੇ ਨੇ ਜੀ। ਕਿਸੇ ਨੂੰ ਮੈਂ ਘੱਟ ਨਹੀਂ ਅੰਕਦਾ, ਪਰ ਜ਼ਿੰਮੇਵਾਰੀਆਂ ਮਿਲਣਗੀਆਂ, ਭਵਿੱਖ 'ਚ ਵੀ ਮਿਲਣਗੀਆਂ। ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸਾਡੇ ਐਮਐਲਏ ਨੂੰ ਵੀ ਮਿਲਣਗੀਆਂ। ਜਿਹੜੇ ਐਮਐਲਏ ਨੇ ਪਹਿਲੀ ਵਾਰ ਜਿੱਤੇ ਨੇ ਚਾਹੇ ਦੂਜੀ ਵਾਰ ਜਿੱਤੇ ਨੇ, ਉਹ ਇਹਦਾ ਕੋਈ ਫਰਕ ਨਹੀਂ। ਅਸੀਂ ਪੰਜਾਬ ਦੇ ਲੋਕਾਂ ਨੇ ਸਾਨੂੰ ਬਹੁਤ ਵੱਡੀਆਂ ਉਮੀਦਾਂ ਰੱਖ ਕੇ ਸਾਨੂੰ ਭੇਜਿਆ ਤੇ ਮੈਂ ਉਹਨਾਂ ਉਮੀਦਾਂ ਤੇ ਪੂਰਾ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕਰੂੰਗਾ, ਆਖਰੀ ਸਾਹ ਤੱਕ ਕੋਸ਼ਿਸ਼ ਕਰੂੰਗਾ ਕਿ ਜਿਹੜਾ ਇਹਨਾਂ ਨੇ 75 ਸਾਲਾਂ 'ਚ ਪੰਜਾਬ ਦਾ ਬੇੜਾ ਗਰਕ ਕੀਤਾ ਉਹਨੂੰ ਠੀਕ ਕਰ ਲਈਏ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਕੁਝ ਘਪਲੇ ਵੀ ਵੱਡੇ ਸਾਹਮਣੇ ਆਉਣਗੇ, ਕੁਝ ਇਹੋ ਜਿਹੀਆਂ ਵੀ ਖਬਰਾਂ ਆਉਣਗੀਆਂ ਜਿਹਦੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਸ ਤਰ੍ਹਾਂ ਵੀ ਘਪਲਾ ਹੋ ਸਕਦਾ ਹੈ। ਸੋ ਆਉਣ ਵਾਲੇ ਦਿਨਾਂ ਦੀ ਵੇਟ ਕਰੋ, ਅਸੀਂ ਪੰਜਾਬ ਦੇ ਲੋਕਾਂ ਦੇ ਇੱਕ ਪੈਸੇ ਦਾ ਹਿਸਾਬ ਲਵਾਂਗੇ। ਕਾਗਜ਼ ਕਹਿੰਦਾ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ, ਤੁਹਾਡੇ ਕਾਗਜ਼ ਮੈਂ ਸੈਮੀ ਕਮਰਸ਼ੀਅਲ ਚ ਕਰਾ ਦਾਂਗਾ 30%। ਤੋਂ ਜਿਹੜੇ ਇੰਸਪੈਕਟਰ ਦੋਨੋਂ ਜੀ ਕੋਈ ਦੱਸਣਗੇ। ਹਾਂਜੀ ਸਰ ਤੁਸੀਂ ਤੇ ਉਹ ਤੋਂ ਬਾਅਦ ਉਹ ਬੰਦਾ ਦੇ ਗਿਆ, ਉਹ ਕਾਗਜ਼ ਦੇ ਗਿਆ ਪਰਸੋਂ ਦੇ ਕਾਰਪੋਰੇਸ਼ਨ ਦੇ ਵਿੱਚ ਜਮ੍ਹਾਂ ਕਰਾ ਗਿਆ ਕਿ ਮੇਰੀ ਜਿਹੜੀ ਸਕੀਮ ਇਹਨਾਂ ਨੇ ਦਿੱਤੀ ਹੈ। ਇਹਦਾ ਮਤਲਬ ਪਹਿਲੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਵਾਉਂਦੇ ਹੋ, ਬਾਅਦ ਵਿੱਚ ਸੈਟਿੰਗਾਂ ਕਰਾਉਂਦੇ ਹੋ, ਆਪਣੇ ਘਰ ਦੇ ਢਿੱਡ ਭਰੀ ਜਾ ਰਹੇ ਆ, ਸਰਕਾਰ ਦਾ ਕਰੋੜਾਂ ਰੁਪਏ ਦਾ ਰੈਵਨਿਊ ਖਾ ਰਹੇ ਆ। ਮੈਂ ਗਵਾਹੀ ਦਵਾਂਗਾ ਇਹਦੇ ਵਿੱਚ, ਗਵਾਹੀ ਆਪਣੀ ਦੇ ਕੇ ਪਰਚਾ ਕਰਾਉਂਗਾ। ਤੁਹਾਡੇ ਸਿੱਧੇ ਰੋਲ ਭਾਈ ਸਰ ਐਮਐਲਏ ਸਾਹਿਬ ਕਹਿੰਦੇ ਮੈਂ ਗਵਾਹ ਹੈਗਾ। ਸਰ ਮੈਂ ਨਹੀਂ ਰੋਲ ਹੈਗਾ, ਮੈਂ ਨਹੀਂ ਹੈਗਾ ਸਰ ਰਿਕਾਰਡਿੰਗ ਦਾ ਕਹਿ ਰਹੇ ਤੁਹਾਡਾ ਨਾਮ ਮੈਂ ਤੁਹਾਡੇ ਦੂਏ ਪਰ ਮੇਰਾ ਨਹੀਂ ਜਾਓ ਕੋਠੀਆਂ ਜਾਓ, ਚੋਈ ਜਾਮ ਮੇਰੇ ਤੋਂ ਲੱਗ ਰਿਹਾ ਮੈਨੂੰ। 40 ਤੁਹਾਨੂੰ ਕੋਠੀਆਂ ਲਿਸਟ ਦਿੱਤੀ ਨਾ 40 ਦੀ, ਮੈਂ ਦਿੱਤੀ ਲਿਸਟ ਹੈਗੀ ਤੁਹਾਡੇ ਕੋਲ ਲਿਸਟ ਹੈਗੀ। ਕੀ ਕੀਤਾ ਕੀ ਕਾਰਵਾਈ ਕੀਤੀ ਉਹਨਾਂ ਦੇ, ਕੀ ਕੀਤੀ ਕਾਰਵਾਈ? ਉਹਨਾਂ ਲੋਕਾਂ ਨੂੰ ਹੋਰ ਦਿੱਤਾ ਕਿ ਅੱਗੂ 20 ਹੋਰ ਬਣ ਗਈਆਂ, ਪਹਿਲੇ 45 ਤੋਂ 70 ਹੋ ਗਈਆਂ। ਤੁਸੀਂ ਸਰਕਾਰ ਤਨਖਾਹ ਨਹੀਂ ਲੈਂਦੇ ਹੋ, ਸਰਕਾਰ ਦੀ ਤਨਖਾਹ ਲੈ ਕੇ ਵੀ ਤੁਸੀਂ ਸਰਕਾਰ ਨੂੰ ਡੋਬ ਰਹੇ ਹੋ। ਮੈਂ ਸਮਾਨ ਤੁਹਾਨੂੰ ਸ਼ਿਕਾਇਤ ਨਹੀਂ ਦੇਣੀ, ਹਾਂ ਮੈਂ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਾਂਗਾ। ਤੁਸੀਂ ਦੇਖੋ ਕੀ ਕਰਨਾ, ਜਵਾਬ ਦਿਓ। ਮੈਂ ਦਰਖਾਸਤ ਦੇਣੀ ਪਏਗੀ, ਮੈਂ ਆਪਣੇ ਬਾਈ ਦੀ ਦਰਖਾਸਤ ਦਵਾਂਗਾ ਕਿ ਮੇਰੀ ਕਾਰਪੋਰੇਸ਼ਨ ਦੇ ਵਿੱਚ ਰੈਵਨਿਊ ਕਰਪਸ਼ਨ ਇੰਸਪੈਕਟਰ ਕਰਦੇ ਪਏ, ਲੋਕਾਂ ਕੋਲ ਪੈਸਾ ਲੈ ਕੇ ਨਜਾਇਜ਼ ਬਿਲਡਿੰਗਾਂ ਨਜਾਇਜ਼ ਕੋਠੀਆਂ ਬਣਾ ਰਹੇ ਹੋ। ਤੁਸੀਂ ਲੋਕਾਂ ਨੂੰ ਸਲਾਹ ਦਿੰਦੇ ਆ ਕਿ ਇਦਾਂ ਨਹੀਂ ਇਦਾਂ ਬਿਲਡਿੰਗ ਪਾਸ ਕਰਾ ਲਓ, ਪਹਿਲੇ ਬਣਾ ਲਓ ਬਾਅਦ ਚ ਇਦਾਂ ਪਾਸ ਕਰਾ ਲਓ। ਸਾਰੀ ਸਲਾਹ ਇਹਨਾਂ ਦੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਗੋਲੀ ਮਾਰਨ ਦੇ ਇਲਜ਼ਾਮ 'ਚ ਗ੍ਰਿਫਤਾਰ ਅੰਕਿਤ ਸਿਰਸਾ ਨੂੰ ਲੈ ਕੇ ਦਿੱਲੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਅੰਕਿਤ ਸਿਰਸਾ ਨੇ ਨੇੜੇ ਜਾ ਕੇ ਮੂਸੇਵਾਲੇ ਤੇ ਫਾਇਰਿੰਗ ਕੀਤੀ ਸੀ। ਅੰਕਿਤ ਨੇ ਦੋਵੇਂ ਹੱਥਾਂ ਨਾਲ ਗੋਲੀਆਂ ਚਲਾਈਆਂ ਸੀ। ਇਹ ਸ਼ੂਟਰ ਇੱਕ ਥਾਂ ਤੇ 2 ਦਿਨ ਤੋਂ ਵੱਧ ਨਹੀਂ ਠਹਿਰਦੇ ਸੀ। ਸ਼ੂਟਰਾਂ ਨੇ ਕਰੀਬ 35 ਟਿਕਾਣੇ ਬਦਲੇ। ਕਤਲ ਤੋਂ ਪਹਿਲਾਂ ਅੰਕਿਤ ਨੇ ਗੋਲੀਆਂ ਨਾਲ ਸਿੱਧੂ ਮੂਸੇਵਾਲਾ ਲਿਖ ਕੇ ਫੋਟੋ ਖਿੱਚੀ ਸੀ। ਦੱਸ ਦੇ ਕਿ ਸ਼ਾਰਪ ਸ਼ੂਟਰ ਅੰਕਿਤ ਸਿਰਸਾ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪਿਸਟਲ ਅਤੇ ਪੰਜਾਬ ਪੁਲਿਸ ਦੀਆਂ 3 ਵਰਦੀਆਂ ਵੀ ਬਰਾਮਦ ਕੀਤੀਆਂ ਹਨ। ਸ਼ੂਟਰ ਪੁਲਿਸ ਦੀ ਵਰਦੀ 'ਚ ਭੱਜਣ ਦੀ ਫਿਰਾਕ 'ਚ ਸੀ। ਰਾਜਸਥਾਨ ਦੀ ਚੂਰੂ ਪੁਲਿਸ ਦੀ ਟੀਮ ਵੀ ਪਿਛਲੇ ਕੁਝ ਸਮੇਂ ਤੋਂ ਮੁਲਜ਼ਮ ਸ਼ੂਟਰ ਅੰਕਿਤ ਦੀ ਭਾਲ ਕਰ ਰਹੀ ਸੀ। ਉੱਥੇ ਹੀ ਅੰਕਿਤ ਦੇ ਖਿਲਾਫ ਚੂਰੂ 'ਚ 2 ਲੋਕਾਂ ਨੂੰ ਬੇਹੱਦ ਦਰਦਨਾਕ ਤਰੀਕੇ ਨਾਲ ਮਾਰਨ ਦਾ ਇਲਜ਼ਾਮ ਹੈ। ਬੀਤੀ ਰਾਤ ਜਦੋਂ ਅੰਕਿਤ ਦਿੱਲੀ 'ਚ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਕਪਿਲ ਨੂੰ ਮਿਲਣ ਆਇਆ ਸੀ, ਪਰ ਜਦੋਂ ਤੱਕ ਸਪੈਸ਼ਲ ਸੈੱਲ ਦੀ ਟੀਮ ਨੇ ਕਪਿਲ ਨੂੰ ਗ੍ਰਿਫਤਾਰ ਕੀਤਾ ਉਦੋਂ ਤੱਕ ਕਪਿਲ ਮੌਕੇ ਤੋਂ ਫਰਾਰ ਹੋ ਚੁੱਕਾ ਸੀ। ਸ਼ੂਟਰ ਅੰਕਿਤ ਬੀਤੀ ਰਾਤ ਨੋਇਡਾ ਵਿੱਚ ਇੱਕ ਹੋਰ ਮੁਲਜ਼ਮ ਕਪਿਲ ਪੰਡਿਤ ਨੂੰ ਮਿਲਣ ਵਾਲਾ ਸੀ। ਇਹ ਲੋਕ ਨੋਇਡਾ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਵਿੱਚ ਸ਼ਾਮਿਲ ਹੋਣ ਲਈ ਜੁਟੇ ਹੋਏ ਸਨ। ਸ਼ੂਟਰਾਂ ਨੂੰ ਪਨਾਹ ਦੇਣ ਵਾਲਾ ਸਚਿਨ ਚੌਧਰੀ ਵੀ ਕਾਬੂ ਕੀਤਾ ਹੈ। ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਤੋਂ ਗ੍ਰਿਫਤਾਰੀ ਹੋਈ ਹੈ। 2 ਪਿਸਟਲ ਤੇ ਕਾਰਤੂਸ ਬਰਾਮਦ ਹੋਏ ਹਨ। ਡੋਂਗਲ ਅਤੇ ਸਿਮ ਦੇ ਸਣੇ 2 ਮੋਬਾਈਲ ਬਰਾਮਦ ਹੋਏ ਹਨ। ਪਹਿਲਾਂ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਤੇ ਕਸ਼ਿਸ਼ ਗ੍ਰਿਫਤਾਰ ਕੀਤੇ ਗਏ ਹਨ। ਸਿੱਧੂ ਮੂਸੇਵਾਲਾ ਕਤਲकांड ਵਿੱਚ ਸ਼ਾਮਿਲ ਗ੍ਰਿਫਤਾਰ ਸ਼ੂਟਰ ਅੰਕਿਤ ਤੋਂ 3 ਪੰਜਾਬ ਪੁਲਿਸ ਦੀਆਂ ਵਰਦੀਆਂ ਬਰਾਮਦ ਕੀਤੀਆਂ ਹਨ। ਸਪੈਸ਼ਲ ਸੈੱਲ ਦੇ ਸੀਨੀਅਰ ਅਧਿਕਾਰੀ ਪਹਿਲਾਂ ਹੀ ਖੁਲਾਸਾ ਕਰ ਚੁੱਕੇ ਹਨ ਕਿ ਸਿੱਧੂ ਮੂਸੇਵਾਲਾ ਕਤਲकांड ਨੂੰ ਅੰਜਾਮ ਦੇਣ ਤੋਂ ਪਹਿਲਾਂ ਆਪਰੇਸ਼ਨ ਨੰਬਰ 1 ਸੀ, ਜਿਸ ਵਿੱਚ ਪੰਜਾਬ ਪੁਲਿਸ ਦੀ ਪਹਿਰਾਵੇ 'ਚ ਸ਼ੂਟਰ ਸਿੱਧੂ ਮੂਸੇਵਾਲੇ ਦੇ ਘਰ ਜਾਣਗੇ। ਉਸ ਤੋਂ ਬਾਅਦ ਕਤਲੇਆਮ ਨੂੰ ਅੰਜਾਮ ਦਿੱਤਾ ਜਾਵੇਗਾ, ਪਰ ਸਿੱਧੂ ਮੂਸੇਵਾਲੇ ਦੇ ਨਾਲ ਕਾਫੀ ਸੁਰੱਖਿਆ ਪ੍ਰਬੰਧ ਕਾਰਨ
ਉਹ ਪਲਾਨ ਰੱਦ ਕਰ ਦਿੱਤਾ ਗਿਆ ਸੀ। ਪਹਿਲਾ ਪਲਾਨ ਕੈਂਸਲ ਹੋਣ ਤੋਂ ਬਾਅਦ ਵਿੱਚ ਇੱਕ ਮੁਲਜ਼ਮ ਵੱਲੋਂ ਆਪਣੇ ਘਰ ਵਿੱਚ ਰਹਿੰਦਿਆਂ ਰੇਕੀ ਕੀਤੀ ਗਈ ਅਤੇ ਜਦੋਂ ਸਿੱਧੂ ਮੂਸੇਵਾਲਾ ਬਿਨਾਂ ਸੁਰੱਖਿਆ ਪ੍ਰਬੰਧਾਂ ਤੇ ਬੁਲੇਟ ਪ੍ਰੂਫ ਗੱਡੀ ਦੇ ਬਿਨਾਂ ਆਪਣੇ ਘਰੋਂ ਬਾਹਰ ਨਿਕਲਿਆ ਤਾਂ ਉਸ ਤੋਂ ਬਾਅਦ ਹੀ ਕਰੀਬ 8 ਸ਼ੂਟਰਾਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਤੇ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ ਸੀ। ਸ਼ੂਟਰ ਅੰਕਿਤ ਸਿਰਸਾ ਪਹਿਲਾਂ ਵੀ ਰਾਜਸਥਾਨ ਵਿੱਚ ਕਤਲ ਦੀ ਕੋਸ਼ਿਸ਼ ਦੇ 2 ਹੋਰ ਘਿਨਾਉਣੇ ਮਾਮਲੇ ਵਿੱਚ ਸ਼ਾਮਿਲ ਪਾਇਆ ਗਿਆ ਸੀ। ਏਜੰਡਾ ਕੱਢਿਆ ਨਹੀਂ, ਗਲਤੀ ਮੰਨਦੇ ਹੋ? ਏਜੰਡਾ ਕੱਢਿਆ ਨਹੀਂ, ਗਲਤੀ ਮੰਨਦੇ ਹੋ? ਬਿਲਕੁਲ ਸਰ, ਜਿਹੜੀ ਵੀ ਕਹਿੰਦੇ ਜੀ ਬਿਲਕੁਲ। ਇਹ ਗਲਤੀ ਕਿੰਨੇ ਵਾਰ ਕੀਤੀ ਹੈ? ਕਿੰਨੇ ਵਾਰ ਗਲਤੀ ਕੀਤੀ ਹੈ? ਜਿੰਨੇ ਪਿੰਡਾਂ 'ਚ ਹੋਈ ਆ, ਖਾਨਾ ਪੂਰਤੀ ਗ੍ਰਾਮ ਸਭਾ ਦੀ ਹੋਈ ਹੈ। ਅੱਜ ਪੰਚਾਇਤਾਂ ਨੇ ਲੋਕਾਂ ਦਾ ਹੱਕ ਤਾਂ ਖਾਧਾ ਜੇ ਤੁਸੀਂ ਖਾਣ ਦਿੱਤਾ। ਤੁਹਾਨੂੰ ਸਰਕਾਰ ਨੇ ਡਿਊਟੀ ਦਿੱਤੀ ਹੋਈ ਹੈ। 4 ਸਾਲ ਹੋ ਗਏ ਸਰ। ਨਹੀਂ, ਇੱਕ ਮਿੰਟ ਗੱਲ ਸੁਣੋ। ਤੁਸੀਂ ਏਜੰਡਾ ਨੋਟਿਸ ਨਹੀਂ ਕੱਢਿਆ, ਤੁਹਾਡੀ ਗਲਤੀ। ਚਲੋ ਮੈਂ ਆਖਿਰ ਤੁਸੀਂ ਗਲਤੀ ਕਰ ਲਈ ਹੈ। ਅੱਜ ਤੱਕ ਹਰ ਵਾਰ ਐਵੇਂ ਹੋਇਆ ਕਿ ਏਜੰਡਾ ਨੋਟਿਸ ਕਿਤੇ ਨਹੀਂ ਨਿਕਲਿਆ। ਲੋਕਾਂ ਦੇ ਹੱਕ ਪੰਚਾਇਤ ਨਹੀਂ ਖਾਧੀ, ਤੁਸੀਂ ਖਾਣ ਦਿੰਦੇ ਹੋ ਤਾਂ ਖਾਂਦੀ ਹੈ। ਸਾਡੇ ਇੱਥੋਂ ਐਮਐਲਏ ਨੇ ਪ੍ਰਤਾਪ ਸਿੰਘ ਬਾਜਵਾ, ਲੀਡਰ ਆਫ ਆਪੋਜੀਸ਼ਨ ਨੇ, ਬੜੇ ਦੁੱਖ ਦੀ ਗੱਲ ਆ ਕਿ ਉਹਨਾਂ ਨੇ ਆਪਣੇ ਹਲਕੇ ਦੀ ਜਾਂ ਆਪਣੇ ਜ਼ਿਲ੍ਹੇ ਦੀ ਕੋਈ ਗੱਲ ਅਸੈਂਬਲੀ 'ਚ ਨਹੀਂ ਕੀਤੀ। ਉਹਨਾਂ ਨੇ ਇਹ ਮੁੱਦੇ ਚੁੱਕੇ ਆ, ਕਿਹੜੇ ਚੁੱਕੇ? ਆਪਣੇ ਪਰਸਨਲ ਚੁੱਕੇ ਜੀ, ਪੈਨਸ਼ਨ ਐਮਐਲਏਆਂ ਦੀ ਵਧਾ ਦਿਓ। ਤੇ ਫਿਰ ਮਾਨ ਸਾਹਿਬ ਨੇ ਉਹਨਾਂ ਨੂੰ ਅੱਗੋਂ ਦੱਸਤਾ ਕਿ ਪੈਨਸ਼ਨ ਤੇ ਤੁਹਾਡੀ ਪਹਿਲਾਂ ਹੀ ਲੋੜੋਂ ਵੱਧ ਆ, ਲੋਕ ਤੇ 5-5 ਹਜ਼ਾਰ ਤੇ ਵੀ ਮਹੀਨੇ ਦਾ ਗੁਜ਼ਾਰਾ ਕਰਦੇ ਆ ਔਰ ਤੁਹਾਡੀਆਂ ਲੱਖਾਂ 'ਚ ਪੈਨਸ਼ਨਾਂ ਨੇ ਤੇ ਤੁਹਾਨੂੰ ਪੈਨਸ਼ਨਾਂ ਕਾਹਦੀਆਂ ਦਈਏ? ਫਿਰ ਸਾਡੇ ਮਾਨਯੋਗ ਜਿਹੜੇ ਜੇਲ੍ਹ ਮੰਤਰੀ ਆ ਹਰਜੋਤ ਸਿੰਘ ਬੈਂਸ, ਉਹਨਾਂ ਨੇ ਬੇਨਕਾਬ ਕੀਤਾ ਜੋ ਕਾਂਗਰਸ ਵੇਲੇ ਗੈਂਗਸਟਰਸ ਨੂੰ ਗ੍ਰੀਨ ਕਾਰਪੇਟ, ਇੱਥੇ ਰੈੱਡ ਕਾਰਪੇਟ ਮਿਲਦਾ ਰਿਹਾ, ਜਿੱਦਾਂ ਉਹਨਾਂ ਦੀ ਪੁਸ਼ਤਪਨਾਹੀ ਹੁੰਦੀ ਰਹੀ। ਵਿਦ ਪ੍ਰੂਫ ਉਹਨਾਂ ਨੇ ਦੱਸਿਆ ਕਿ ਜਿਹੜਾ ਯੂਪੀ ਦਾ ਨਾਮਵਰ ਗੈਂਗਸਟਰ ਸੀ ਅੰਸਾਰੀ, ਉਹਨੂੰ 2 ਸਾਲ ਐਵੇਂ ਕੋ ਫਰਜ਼ੀ ਮੁਕੱਦਮਾ ਬਣਾ ਕੇ ਤੇ ਪੰਜਾਬ ਦੀ ਜੇਲ੍ਹਾਂ 'ਚ VIP ਟ੍ਰੀਟਮੈਂਟ ਉਹਨੂੰ ਮਿਲਦਾ ਰਿਹਾ। ਉਹਨੂੰ ਜਦੋਂ ਬੇਨਕਾਬ ਕੀਤਾ ਤਾਂ ਬਾਜਵਾ ਸਾਹਿਬ ਉੱਠ ਕੇ ਖਲੋ ਗਏ ਕਿ ਤੁਸੀਂ ਕੋਈ ਸਬੂਤ ਦੇ ਸਕਦੇ ਹੋ? ਕਿੱਡੀ ਮਾੜੀ ਗੱਲ ਆ। ਫਿਰ ਵੇਖੋ 55 ਲੱਖ ਰੁਪਇਆ ਪੰਜਾਬ ਦੇ ਵਕੀਲਾਂ ਦਾ, ਮਤਲਬ ਉੱਥੇ ਸੁਪਰੀਮ ਕੋਰਟ 'ਚ ਖਰਚਾ ਗਿਆ ਕਿ ਅੰਸਾਰੀ ਨੂੰ ਪੰਜਾਬ 'ਚ ਰਹਿਣ ਦਿੱਤਾ ਜਾਵੇ। ਜਿਹੜੇ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਖੂਨ ਦੀ ਕਮਾਈ ਆ, ਜਿਹੜੇ ਟੈਕਸਾਂ ਦੇ ਰੂਪ 'ਚ ਜਾਂਦੀ ਆ, ਉਹਦੇ 'ਚੋਂ 55 ਲੱਖ ਰੁਪਇਆ ਪੰਜਾਬ ਦੇ ਖਜ਼ਾਨੇ 'ਚੋਂ ਖਰਚਿਆ ਜਾਂਦਾ ਔਰ ਉਹਦੇ ਵਿਰੋਧ 'ਚ ਬਾਜਵਾ ਸਾਹਿਬ ਖਲੋਂਦੇ ਆ ਕਿ ਤੁਸੀਂ ਸਬੂਤ ਦਿਓ। ਕਿੱਡੀ ਮਾੜੀ ਗੱਲ ਆ ਕਿ ਕਿਸੇ ਚੰਗੇ ਕੰਮ ਲਈ ਤਾਂ ਖਲੋਣਾ ਚਾਹੀਦਾ, ਪਰ ਇਹ ਮਾੜੇ ਕੰਮ ਲਈ ਖਲੋਣ ਡਏ ਆ। ਫਿਰ ਇਹਨਾਂ ਨੇ ਸਾਡੇ ਹਲਕੇ ਦੇ ਕਿੰਨੇ ਮਸਲੇ ਆ। ਇੱਥੇ ਸੇਖਵਾਂ ਸਾਹਿਬ ਨੇ ਡਿਗਰੀ ਕਾਲਜ ਖੋਲ੍ਹਿਆ ਸੀ ਲਾਦੂਪੁਰ ਵਿਖੇ, ਉੱਥੇ ਕੋਈ ਨਵੇਂ ਕੋਰਸ ਨਹੀਂ ਚੱਲ ਰਹੇ। ਉੱਥੇ ਦੀ ਬਾਉਂਡਰੀ ਦੀ ਆਪਣਾ ਬਾਉਂਡਰੀ ਵਾਲ ਹੋਣ ਵਾਲੀ ਆ, ਉਹ ਬਾਜਵਾ ਸਾਹਿਬ ਨੇ ਕੋਈ ਮੁੱਦਾ ਨਹੀਂ ਚੁੱਕਿਆ। ਫਿਰ ਧਨੋਏ ਪੱਤਨ ਤੇ ਪੁਲ ਬਣਿਆ ਸਾਡੇ, ਉਹਨਾਂ ਦੀਆਂ ਜਿਹੜੀਆਂ ਅਪਰੋਚ ਰੋਡ ਨੇ 11-11 ਫੁੱਟ ਆ। ਸਾਡਾ ਜਿਹੜਾ ਬੇਠ ਇਲਾਕਾ ਵਾ ਉਹ ਗੰਨੇ ਦਾ ਇਲਾਕਾ, ਉੱਥੇ ਘੱਟੋ ਘੱਟ ਵੀ ਤੇ ਸਾਨੂੰ 22 ਫੁੱਟ ਸੜਕਾਂ ਚਾਹੀਦੀਆਂ। ਉਹ ਮੁੱਦਾ ਬਾਜਵਾ ਸਾਹਿਬ ਨੇ ਕੋਈ ਉੱਥੇ ਅਸੈਂਬਲੀ 'ਚ ਨਹੀਂ ਰੱਖਿਆ। ਸੋ ਬਾਜਵਾ ਸਾਹਿਬ ਤੇ ਆਪਣੇ ਨਿੱਜੀ ਮਫਾਦਾਂ ਤੱਕ ਜਿਹੜੇ ਆ ਉਹ ਸੀਮਤ ਹੋ ਕੇ ਰਹਿ ਗਏ ਆ। ਪੰਜਾਬ ਦੀ ਅਸੈਂਬਲੀ 'ਚ ਇੱਕ ਦੂਜੇ ਨੂੰ ਕਟਾਕਸ਼ ਕਰਨ ਤੱਕ ਸੀਮਤ ਰਹਿ ਗਏ ਆ। ਉਹਨਾਂ ਨੇ ਨਾ ਤੇ ਆਪਣੇ ਹਲਕੇ ਦੇ ਤੇ ਨਾ ਹੀ ਇਲਾਕੇ ਦੇ ਮੁੱਦੇ ਚੁੱਕੇ ਆ। ਇੱਥੇ ਵੇਖੋ ਮੈਡੀਕਲ ਕਾਲਜ ਦੀ ਲੋੜ ਆ। ਸ਼ਹਿਰੀ ਕਲਸੀ ਸਾਡਾ ਭਰਾ ਬਟਾਲੇ ਤੋਂ ਐਮਐਲਏ, ਉਹਨੇ ਆਪਣੀ ਸਪੀਚ ਕਿਹਾ ਕਿ ਮੈਡੀਕਲ ਕਾਲਜ ਬਟਾਲੇ ਖੁੱਲ੍ਹਣਾ ਚਾਹੀਦਾ। ਬਾਜਵਾ ਸਾਹਿਬ ਏਡੇ ਸੀਨੀਅਰ ਤੇ ਸੀਜ਼ਨ ਪੋਲੀਟੀਸ਼ੀਅਨ ਨੇ, ਇਹਨਾਂ ਦੇ ਮੂੰਹ 'ਚੋਂ ਨਹੀਂ ਇਕਾਰਾ ਵੀ ਨਿਕਲਿਆ ਕਿ ਇੱਥੇ ਕੋਈ ਗੁਰਦਾਸਪੁਰ 'ਚ ਜਾਂ ਸਾਡੇ ਹਲਕੇ 'ਚ ਕੋਈ ਮੈਡੀਕਲ ਕਾਲਜ ਖੁੱਲ੍ਹੇ। ਕੋਈ ਇੱਦਾਂ ਦੀ ਚੀਜ਼ ਧਾਰੀਵਾਲ ਖੁੱਲ੍ਹ ਸਕਦਾ, ਸਾਡੇ ਹਲਕੇ ਦਾ ਸੈਂਟਰ ਆ। ਕੋਈ ਵੀ ਮੰਗ ਜਿਹੜੀ ਆ, ਐਡੀ ਵੱਡੀ ਚੇਅਰ ਉਹਨਾਂ ਨੂੰ ਮਿਲੀ ਆ, ਪਰ ਸਾਨੂੰ ਬੜਾ ਦੁੱਖ ਹੋਇਆ ਕਿ ਉਹਨਾਂ ਨੇ ਕੋਈ ਵੀ ਮੁੱਦਾ ਆਪਣੇ ਹਲਕੇ ਦਾ, ਆਪਣੇ ਜ਼ਿਲ੍ਹੇ ਦਾ, ਆਪਣੇ ਇਲਾਕੇ ਦਾ ਨਹੀਂ ਚੁੱਕਿਆ। ਕੇਵਲ ਆਪਣੇ ਨਿੱਜੀ ਮਫਾਦਾਂ ਤੱਕ ਸੀਮਤ ਹੋ ਕੇ ਅਸੈਂਬਲੀ 'ਚ ਰਹੇ। ਹਾਂਜੀ, ਮੈਂ ਇਹ ਸਾਰੇ ਮੁੱਦੇ ਪਹਿਲੋਂ ਹੀ ਮੈਂ ਚੁੱਕ ਰਿਹਾ ਜੀ। ਜਦੋਂ ਸਾਡੇ ਮਾਨਯੋਗ ਹਰਪਾਲ ਸਿੰਘ ਚੀਮਾ ਬਜਟ ਲਈ ਇੱਥੇ ਆਏ ਸੀ ਬਟਾਲੇ ਕਿ ਬਜਟ ਕਿੱਦਾਂ ਦਾ ਹੋਣਾ ਚਾਹੀਦਾ, ਮੈਂ ਇਹ ਸਾਰੇ ਮੁੱਦੇ ਉਹਦੇ 'ਚ ਚੁੱਕੇ ਸੀ। ਮੈਡੀਕਲ ਕਾਲਜ ਦਾ ਮੁੱਦਾ ਵੀ ਚੁੱਕਿਆ ਸੀਗਾ, ਇਹ ਆਪਣੇ ਡਿਗਰੀ ਕਾਲਜ ਦੀ ਜਿਹੜੀ ਉਹਦੇ ਲਈ ਫੰਡ ਚਾਹੀਦੇ ਆ, ਜਿਹੜਾ ਧਨੋਏ ਪੱਤਨ ਦੇ, ਇਹ ਸਾਰੇ ਮੁੱਦੇ ਮੈਂ ਸਾਰੇ ਮਿਨਿਸਟਰੀ ਲੈਵਲ ਤੱਕ ਟੇਕ ਅਪ ਕੀਤੇ ਹੋਏ ਆ ਔਰ ਉਹਦੇ ਲਈ ਮੈਂ ਹਰ ਹਫਤੇ ਚੰਡੀਗੜ੍ਹ ਜਾਂਦਾ ਪੈਰਵਾਈ ਕਰਨ ਦੇ ਲਈ। ਇੱਕ ਹੋਰ ਮੁੱਦਾ ਸੀ ਜਿਹੜਾ ਆਪਣਾ ਸੈਨਿਕ ਸਕੂਲ ਆ ਡੱਲੇ ਗੋਰੀਏ, ਉਹਦੀ ਵੀ ਜ਼ਮੀਨ ਅਕਵਾਇਰ ਹੋਈ ਆ, ਸਭ ਕੁਝ ਹੋਇਆ ਵਾ, ਕੇਵਲ ਫੰਡਸ ਉਹ ਐਲੋਕੇਟ ਕਰਕੇ ਉਹਦਾ ਕੰਮ ਸ਼ੁਰੂ ਹੋਣਾ। ਕਿੱਡੀ ਵੱਡੀ ਗੱਲ ਆ ਜੇ ਸੈਨਿਕ ਸਕੂਲ ਸਾਡੇ ਜ਼ਿਲ੍ਹੇ 'ਚ ਆਉਂਦਾ, ਸਾਡੇ ਹਲਕੇ 'ਚ ਆਉਂਦਾ, ਪਰ ਉਹ ਵੀ ਬਾਜਵਾ ਸਾਹਿਬ ਨੇ ਕੋਈ ਮੁੱਦਾ ਨਹੀਂ ਉਹਦਾ ਚੁੱਕਿਆ। ਸੋ ਇਸ ਕਰਕੇ ਮੁੱਦੇ ਤੇ ਬੜੇ ਨੇ, ਕੰਮ ਤੇ ਬੜੇ ਕਰਨ ਵਾਲੇ ਆ, ਪਰ ਇਹ ਆਪਣੇ ਨਿੱਜੀ ਮਫਾਦਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਆ।
ਇਹ ਜਿਹੜੀ ਰਾਜਨੀਤੀ ਆ ਇਹ ਪੰਜਾਬ ਦੇ ਲੋਕਾਂ ਨੇ ਨਕਾਰਤੀ ਆ। ਇਹ ਚਲੋ ਇੱਕ ਵਾਰ ਹੁਣ ਉਹਨਾਂ ਨੂੰ ਮੌਕਾ